ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਸਾਹਿਬ ਸਰੀਰ ਕਰਕੇ ਕਿਤੇ ਗਏ ਹੀ ਨਹੀਂ, ਅੱਜ ਵੀ ਸ਼ਬਦ ਕਰਕੇ ਇੱਥੇ ਹੀ ਹੈ, ਪਰ ਸਾਡੇ ਵਿੱਚ ਹੀ ਹੈ। ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ ਨਾ ਭਰਿਆ ਰੇ। ਧਰਤੀ ਤੇ ਪਹੁੰਚਣ ਤੋਂ ਬਾਅਦ ਮੇਰੇ ਗਰੀਬ ਨਵਾਜ ਪਿਤਾ ਨੇ ਆਪਣੇ ਜੀਵਨ ਦੇ ਅੰਤਮ 18 ਸਾਲ ਇਸ ਅਸਥਾਨ ਤੇ ਗੁਜ਼ਾਰਨ ਦਾ ਫੈਸਲਾ ਕੀਤਾ। ਤਾਂ ਫਿਰ ਮਹਾਰਾਜ ਨੇ ਇਸ ਧਰਤੀ ਨੂੰ ਪਹਿਚਾਣ ਦੇਣ ਵਾਸਤੇ ਇਸ ਧਰਤੀ ਨੂੰ ਕਰਤਾਰਪੁਰ ਸਾਹਿਬ ਦਾ ਪਵਿੱਤਰ ਨਾਮ ਦਿੱਤਾ ਤੇ ਸਨ। ਪਰ ਜਦ 47 ਦੇ ਵਿੱਚ ਦੋਨਾਂ ਮੁਲਕਾਂ ਦੀ ਵੰਡ ਪਈ ਤਾਂ ਬਾਰਡਰ ਕਰਕੇ 53 ਸਾਲ ਇਹ ਗੁਰੂ ਘਰ ਬਿਲਕੁਲ ਬੰਦ ਹੋ ਗਿਆ, ਵੀਰਾਨ ਜੰਗਲ ਬਿਆਬਾਨ ਬਣ ਗਿਆ, ਵੇਲਾ ਬਣ ਗਿਆ। 5000 ਯਾਤਰੀਆਂ ਦਾ ਪ੍ਰੋਟੋਕੋਲ ਪਾਸ ਹੋਇਆ ਸੀ ਕਿ 5000 ਯਾਤਰੀ ਕਰਤਾਰਪੁਰ ਲਾਂਘੇ ਤੋਂ ਗੁਜ਼ਰ ਕੇ ਆਇਆ ਕਰੇਗਾ। ਤੇ ਪਾਕਿਸਤਾਨ ਦੀ ਸਰਕਾਰ ਨੇ ਖੁੱਲੇ ਮੱਥੇ ਉਸ ਨੂੰ ਕਬੂਲਿਆ ਕਿ ਠੀਕ ਹੈ ਜੀ, ਤੁਸੀਂ 5000 ਬੰਦਾ ਭੇਜੋ, ਅਸੀਂ 5000 ਦੇ ਪ੍ਰਬੰਧ ਕਰਾਂਗੇ। ਹੁਣ ਵੀ ਸਟਰੈਂਥ ਆ ਰਹੀ ਹੈ, ਤਕਰੀਬਨ 200 ਸਵਾ 200 ਬੰਦਾ ਜੀ ਆ ਰਹੀ ਹੈ। ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ ਨਾ ਭਰਿਆ ਰੇ। करतारपुर करता वसै संतन के पास। करतारपुर यानी करतार दा घर, गुरुआं ਪੀਰਾਂ ਦੀ ਧਰਤੀ, ਉਹ ਪਾਵਨ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ 18 ਸਾਲ ਦੇ ਕਰੀਬ ਸਮਾਂ ਗੁਜ਼ਾਰਿਆ। ਇੱਥੇ ਰਹਿੰਦਿਆਂ ਉਹਨਾਂ ਹੱਥੀਂ ਖੇਤੀ ਕੀਤੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਦੁਨੀਆ 'ਚ ਵਸਦਾ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਮਹਾਨ ਮੁਕੱਦਸ ਅਸਥਾਨ ਦੀ ਲੋਚਾ ਰੱਖਦਾ ਏ, ਪਰ ਇਹ ਪਾਵਨ ਅਸਥਾਨ ਲਹਿੰਦੇ ਵਾਲੇ ਪਾਸੇ ਹੋਣ ਕਾਰਨ ਵੰਡ ਤੋਂ ਬਾਅਦ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ। ਸਿੱਖ ਰੋਜ਼ਾਨਾ ਆਪਣੀ ਅਰਦਾਸ ਦੇ ਵਿੱਚ ਖੁੱਲੇ ਦਰਸ਼ਨ ਦਿਦਾਰਿਆਂ ਦੀ ਜਿਹੜੀ ਬੇਨਤੀ ਹੈ ਉਹ ਕਰਦੇ ਸੀ, ਤੇ ਉਸ ਬੇਨਤੀ ਨੂੰ ਬੂਰ ਉਦੋਂ ਪਿਆ ਜਦੋਂ 9 ਨਵੰਬਰ ਸਨ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਖੁੱਲੇ ਦਰਸ਼ਨ ਦਿਦਾਰੇ ਹੋਏ। ਪਰ ਇੱਕ ਸਮਾਂ ਐਸਾ ਆਇਆ ਕਿ ਦੁਨੀਆ ਤੇ ਭਿਅੰਕਰ ਮਹਾਮਾਰੀ ਕਰੋਨਾ ਦੇ ਕਾਰਨ ਕਿਤੇ ਨਾ ਕਿਤੇ ਇਹ ਤੇਜ਼ ਰਫ਼ਤਾਰ ਜ਼ਿੰਦਗੀ ਰੁਕ ਗਈ, ਤੇ ਉਹਨਾਂ ਜ਼ਿੰਦਗੀ ਦੇ ਤਹਿਤ ਹੀ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਹੈ ਇਸ ਨੂੰ ਵੀ ਕਿਤੇ ਨਾ ਕਿਤੇ ਥੋੜੇ ਸਮੇਂ ਦੇ ਲਈ ਰੋਕਣਾ ਪਿਆ। ਪਰ ਹੁਣ ਥੋੜਾ ਜਿਹਾ ਫਰਕ ਪਿਆ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਜਿਹੜੇ ਇਸ ਦਰਵਾਜ਼ੇ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ, ਉਹ ਦੁਬਾਰਾ ਖੁੱਲੇ ਨੇ। ਕਰੋਨਾ ਕਾਲ ਤੋਂ ਬਾਅਦ ਕਿਹੋ ਜਿਹਾ ਮਾਹੌਲ ਹੈ, ਦਰਸ਼ਨ ਕਰਨ ਦੇ ਲਈ ਆਵਾਮ ਕਿਸ ਤਰ੍ਹਾਂ ਜਾ ਰਹੀ ਹੈ, ਉਹ ਸਾਰੀ ਜਿਹੜੀ ਰੂਪਰੇਖਾ ABP ਸਾਂਝਾ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸਾਂਗੇ। ਸੋ ਆਓ ਚੱਲਦੇ ਹਾਂ ਕਰਤਾਰਪੁਰ ਸਾਹਿਬ। ਇਸ ਸਮੇਂ ਅਸੀਂ ਡੇਰਾ ਬਾਬਾ ਨਾਨਕ ਵਿਖੇ ਜਿਹੜਾ ਮੌਜੂਦ ਹਾਂ, ਤੇ ਬਾਰਡਰ ਕ੍ਰੋਸ ਕਰਕੇ ਜਿਹੜਾ ਅੱਗੇ ਉਹ ਵੱਧਦੇ ਹਾਂ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ। ਵਿਸ਼ਵ ਦੇ ਇਤਿਹਾਸ 'ਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ ਜਿਸ ਨੂੰ ਪ੍ਰਮਾਣਿਕ ਰੂਪ 'ਚ ਸੱਚਖੰਡ ਕਿਹਾ ਗਿਆ ਹੈ। ਕਰਤਾਰਪੁਰ ਸਾਹਿਬ ਦੇ ਕੁਦਰਤੀ, ਰੂਹਾਨੀ, ਅਧਿਆਤਮਕ ਵਾਤਾਵਰਣ ਫਿਜ਼ਾ 'ਚ ਅੱਜ ਵੀ ਸਤਨਾਮ ਵਾਹਿਗੁਰੂ ਸ਼ਬਦ ਉਚਾਰਨ ਹੋ ਰਿਹਾ ਹੈ ਤੇ ਸੁਣਿਆ ਜਾ ਰਿਹਾ ਹੈ। ਧਰਮਸਾਲ ਕਰਤਾਰਪੁਰ, ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਪ੍ਰਤਪਾਲੈ ਨਿਤ ਸਾਰ ਸਮਾਲ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਇੱਕ ਗੁਣ ਨਹੀਂ। ਭਾਰਤ ਰਿਸ਼ੀਆਂ ਮੁਨੀਆਂ, ਪੀਰਾਂ ਪੈਗੰਬਰਾਂ ਦੀ ਧਰਤੀ। ਜਦੋਂ ਉਹਨਾਂ ਮਹਾਨ ਪੁਰਸ਼ਾਂ ਦਾ ਜੀਵਨ ਪੜ੍ਹਦੇ ਹਾਂ ਤਾਂ ਬਹੁਤੇ ਅਵਤਾਰ ਐਸੇ ਆਏ ਜਿਨ੍ਹਾਂ ਧਰਮ ਦੀਆਂ ਗਿਰਾਵਟਾਂ ਨੂੰ ਦੂਰ ਕੀਤਾ ਤੇ ਧਰਮ ਨੂੰ ਪੁਨः ਸਥਾਪਿਤ ਕੀਤਾ। ਪਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਨੂੰ ਪੜ੍ਹਿਆ ਜਾਵੇ ਤਾਂ ਉਹਨਾਂ ਦਾ ਜੀਵਨ ਐਸਾ ਮਹਾਨ ਕ੍ਰਾਂਤੀਕਾਰੀ ਜੀਵਨ ਸੀ ਜਿਸ ਨੇ ਇੱਕ ਯੁੱਗ ਪਲਟਾ ਦਿੱਤਾ, ਤੇ ਉਹਨਾਂ ਦੁਨੀਆ 'ਚ ਚੱਲਦੇ ਧਾਰਮਿਕ ਕਰਮ ਕਾਂਡਾਂ ਨੂੰ ਖੰਡਿਤ ਕਰਦਿਆਂ ਹੋਇਆਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਮਹਾਨ ਪੈਗਾਮ ਦਿੱਤਾ। ਨਵੰਬਰ 2019 'ਚ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਅਰਦਾਸ ਪੂਰੀ ਹੋਈ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ। ਸੰਗਤਾਂ ਵਹੀਰਾਂ ਕੱਤ ਇਸ ਮਹਾਨ ਅਸਥਾਨ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ।
ਪਰ 2020 ਦੇ ਮਾਰਚ 'ਚ ਕਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਹਾਲਾਤ ਠੀਕ ਹੁੰਦਿਆਂ ਵੇਖ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਜਿਸ ਪਾਵਨ ਅਸਥਾਨ ਤੇ ਗੁਰੂ ਨਾਨਕ ਸਾਹਿਬ ਨੇ 18 ਸਾਲ ਦਾ ਸਮਾਂ ਬਤੀਤ ਕੀਤਾ, ਜਿੱਥੇ ਉਹ ਜੋਤੀ ਜੋਤ ਸਮਾਏ, ਜਿੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਪਣਾ ਰੂਹਾਨੀ ਪੈਰੋਕਾਰ ਨਿਯੁਕਤ ਕੀਤਾ। ਉਸ ਪਾਵਨ ਅਸਥਾਨ ਤੇ ਅੱਜ ਵੀ ਸੰਗਤਾਂ ਭਾਵੁਕ ਹੋ ਜਾਂਦੀਆਂ ਨੇ। ਵਾਹਿਗੁਰੂ 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 ਵਾਹਿਗੁਰੂ। ਮੇਰੇ ਕੋਲ ਜਵਾਬ ਦੀ ਜ਼ਰੂਰਤ ਹੀ ਨਹੀਂ ਹੈ, ਤੁਸੀਂ ਆਪ ਹੀ ਕਹਿ ਦਿੱਤਾ। ਪਿਕਚਰਾਂ ਤੋਂ ਸਿੱਖ ਅਰਦਾਸ ਕਰਦੇ ਆ, ਸਵੇਰੇ ਵੀ ਸ਼ਾਮ ਵੀ, ਨਿੱਜੀ ਅਰਦਾਸ, ਸੰਗਤੀ ਅਰਦਾਸ, ਰੋਜ਼ ਅਰਦਾਸ ਕਰਦੇ ਆ, ਹਰ ਵਕਤ ਅਰਦਾਸ ਕਰਦੇ ਆ। ਦੁਨੀਆ ਦੇ ਜਿੱਥੇ ਵੀ ਕੋਨੇ ਤੇ ਬੈਠਾ ਸਿੱਖ ਅਰਦਾਸ ਕਰਦਾ ਹੈ ਕਿ ਇਹਨਾਂ ਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਤਾਂ ਖਾਲਸਾ ਜੀ ਨੂੰ ਬਖਸ਼ਿਸ਼ ਕਰੇ। ਇਹ ਸ਼ਬਦ ਹਨ ਔਰ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸਤਿਗੁਰੂ ਨੇ ਦਰਸ਼ਨ ਆਪਣੇ ਸਥਾਨ ਦੇ ਕਰਾਏ। ਔਰ ਮੈਂ ਵੀ, ਮੇਰਾ ਸ਼ਬਦ ਕੋਸ਼ ਵਿੱਚ ਸ਼ਬਦ ਹੀ ਨਹੀਂ, ਮੈਂ ਕੀ ਕਹਾਂ। ਪਰ ਮੈਂ ਸੱਚੀ ਮੈਂ ਨਨਕਾਣਾ ਸਾਹਿਬ ਦਰਸ਼ਨ ਕਰਕੇ ਆਇਆ, ਸਤਿਗੁਰਾਂ ਦੇ ਸਾਰੇ ਸਥਾਨਾਂ ਦੇ ਦਰਸ਼ਨ ਕਰਕੇ ਆਇਆ। ਅੱਜ ਮੈਂ ਇੱਥੇ ਆਇਆ, ਮੈਨੂੰ ਲੱਗਿਆ ਵੀ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਕਿਤੇ ਗਏ ਹੀ ਨਹੀਂ। ਉਸ ਸ਼ਬਦ ਕਰਕੇ, ਸ਼ਬਦ ਪਹਿਲਾਂ ਸੀਗੇ ਬਾਬਾ ਨਾਨਕ, ਅੱਜ ਵੀ ਸ਼ਬਦ ਕਰਕੇ ਇੱਥੇ ਹੀ ਹੈ, ਉਹ ਸਾਡੇ ਵਿੱਚ ਹੀ ਹੈ। ਮੈਂ ਸਾਰੀਆਂ ਸੰਗਤਾਂ ਵਾਸਤੇ ਵੀ, ਸਭਨਾਂ ਵਾਸਤੇ ਮੈਂ ਬੇਨਤੀ ਕਰਾਂਗਾ ਉਸ ਅਕਾਲਪੁਰਖ ਦੇ ਚਰਨਾਂ ਵਿੱਚ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਸਤਿਗੁਰੂ ਜੀ ਸਭ ਨੂੰ ਦਰਸ਼ਨ ਬਖਸ਼ਿਸ਼ ਕਰੋ। ਇਹ ਜਿਹੜੇ ਕੋਰੀਡੋਰ ਹਨ ਇਹਨਾਂ ਦੀ ਜ਼ਰੂਰਤ ਨਾ ਪਵੇ, ਸਭਨਾਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਪੈਦਾ ਹੋ ਜਾਵੇ, ਦਿਲਾਂ ਦੇ ਵਿੱਚ ਇੰਨੀ ਮੁਹੱਬਤ ਪੈਦਾ ਹੋ ਜਾਵੇ ਕਿ ਕੰਡਿਆਲੀ ਤਾਰ ਨਾ ਰਹੇ, ਇਹ ਬਾਰਡਰ ਨਾ ਰਹੇ ਤੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ ਰਹਿਣ। फिर बाबा आया करतारपुर, भेख उदासी सगल उतारा, पहर संसारी कपड़े, मंजी बैठ किया अवतारा। यही ਉਹ ਪਾਵਨ ਅਸਥਾਨ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਰਹਿੰਦਿਆਂ ਕੀਰਤ ਕਰਨ ਦਾ ਸੰਦੇਸ਼ ਦਿੱਤਾ। ਲੰਮਾ ਸਮਾਂ ਇਸ ਧਰਤੀ ਤੇ ਰਹਿਣ ਕਾਰਨ ਹੀ ਇਹ ਪਾਵਨ ਨਗਰ ਸਿੱਖ ਧਰਮ ਦੀ ਪ੍ਰਮੁੱਖ ਮੰਜੀ ਹੋ ਨਿਬੜਿਆ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ, ਸੇ ਫਿਰ ਗਰਭਾਸ। ਪਾਕਿਸਤਾਨ ਦੇ ਅਜੋਕੇ ਸਿਆਲਕੋਟ 'ਚ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਵਸਿਆ ਇਹ ਪਿੰਡ ਕਰਤਾਰਪੁਰ, ਜਿਸ ਨੂੰ ਲਹਿੰਦੇ ਵਾਲੇ ਪਾਸੇ ਕਰਤਾਰਪੁਰ ਰਾਵੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 2 ਅਖੀਰਲੇ ਦਹਾਕੇ ਆਪਣੀ ਧਰਮ ਪਤਨੀ ਤੇ ਬੱਚਿਆਂ ਦੇ ਨਾਲ ਕਰਤਾਰਪੁਰ ਵਿਖੇ ਹੀ ਗੁਜ਼ਾਰੇ ਤੇ ਇਹ ਅਸਥਾਨ ਸਿੱਖ ਧਰਮ ਦੀ ਪ੍ਰਮੁੱਖ ਮੰਜੀ ਹੋ ਨਿਬੜਿਆ। ਭਾਈ ਗੁਰਦਾਸ ਜੀ ਅਨੁਸਾਰ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇਹ ਉਹ ਪਾਵਨ ਅਸਥਾਨ ਸੀ ਜਿੱਥੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਪਾਸੋਂ ਸਿੱਖਿਆ ਗ੍ਰਹਿਣ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣਾ ਰੂਹਾਨੀ ਪੈਰੋਕਾਰ ਨਿਯੁਕਤ ਕੀਤਾ। ਕਰਤਾਰਪੁਰ ਦੇ ਇਸੇ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਕਰਨੀ ਆਰੰਭ ਕਰ ਦਿੱਤੀ ਤੇ ਵੱਡੀ ਗਿਣਤੀ 'ਚ ਸੰਗਤਾਂ ਦੂਰੋਂ ਨੇੜਿਓਂ ਇੱਥੇ ਆਉਣ ਲੱਗ ਪਈਆਂ। ਸਵੇਰ ਸਵੇਰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਬਾਣੀ ਦਾ ਮਨੋਹਰ ਕੀਰਤਨ ਕਰਦੇ ਸਨ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਕੰਮ ਵਿੱਚ ਰੁੱਝ ਜਾਂਦੇ ਸਨ। ਹੌਲੀ-ਹੌਲੀ ਇਸ ਨਗਰ ਦੀ ਆਬਾਦੀ ਵਧਣ ਲੱਗ ਪਈ ਤੇ ਕੁਝ ਸੰਗਤਾਂ ਪੱਕੇ ਤੌਰ ਤੇ ਗੁਰੂ ਸਾਹਿਬ ਨਾਲ ਇਸ ਮਹਾਨ ਅਸਥਾਨ ਤੇ ਰਹਿਣ ਲੱਗ ਪਈਆਂ। ਉਹਨਾਂ ਦੇ ਰਹਿਣ ਲਈ ਉਸ ਸਮੇਂ ਦੀਆਂ ਸਥਿਤੀਆਂ ਮੁਤਾਬਕ ਕਮਰੇ ਵੀ ਬਣਵਾਏ ਗਏ ਤੇ ਕੀਰਤਨ ਲਈ ਵੀ ਇੱਕ ਵਿਸ਼ੇਸ਼ ਸਥਾਨ ਬਣਾਇਆ ਗਿਆ ਤੇ ਇੱਥੇ ਹੀ 7 ਸਤੰਬਰ ਸਨ 1539 ਈਸਵੀ ਨੂੰ ਗੁਰੂ ਨਾਨਕ ਪਾਤਸ਼ਾਹ ਇਲਾਹੀ ਜੋਤ ਵਿੱਚ ਲੀਨ ਹੋ ਗਏ। ਸਰਬ ਜੀਆਂ ਕਾ ਦਾਤਾ ਰੇ। ਅੱਜ ਆਪ ਜੀ ਔਰ ਆਪ ਜੀ ਦੇ ਨਾਲ ਜਿਹੜੀਆਂ ਬੇਅੰਤ ਸੰਗਤਾਂ ਆਈਆਂ ਹਨ, ਜਿਸ ਪਵਿੱਤਰ ਸਥਾਨ ਤੇ ਪਹੁੰਚੀਆਂ ਹਨ, ਇਸ ਗੁਰੂ ਘਰ ਦਾ ਨਾਮ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਇਤਿਹਾਸ ਅਨੁਸਾਰ
1521 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਦਫਾ 52 ਸਾਲ ਦਾ ਜੀਵਨ ਬਤੀਤ ਕਰਨ ਤੋਂ ਬਾਅਦ ਜਗਤ ਨੂੰ ਤਾਰਦਿਆਂ ਹੋਇਆਂ ਸੰਸਾਰ ਦੇ ਵਿੱਚ ਠੰਡ ਵਰਤਾਉਂਦਿਆਂ ਹੋਇਆਂ ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ 1521 ਚ ਪਹਿਲੀ ਦਫਾ ਇਸ ਧਰਤੀ ਤੇ ਪਹੁੰਚੇ। ਇਸ ਧਰਤੀ ਨੂੰ ਭਾਗ ਲਗਾਏ। ਇਸ ਧਰਤੀ ਤੇ ਪਹੁੰਚਣ ਤੋਂ ਬਾਅਦ ਮੇਰੇ ਗਰੀਬ ਨਵਾਜ ਪਿਤਾ ਨੇ ਆਪਣੇ ਜੀਵਨ ਦੇ ਅੰਤਮ 18 ਸਾਲ 1521 ਤੋਂ 1539 ਇਸ ਅਸਥਾਨ ਤੇ ਗੁਜ਼ਾਰਨ ਦਾ ਫੈਸਲਾ ਕੀਤਾ। ਤੇ ਫਿਰ ਜਦ ਮਹਾਰਾਜ ਇੱਥੇ ਆਪਣਾ ਜੀਵਨ ਬਤੀਤ ਕਰਨ ਲੱਗ ਪਏ ਤਾਂ ਫਿਰ ਮਹਾਰਾਜ ਨੇ ਇਸ ਧਰਤੀ ਨੂੰ ਪਹਿਚਾਣ ਦੇਣ ਵਾਸਤੇ ਇਸ ਧਰਤੀ ਨੂੰ ਕਰਤਾਰਪੁਰ ਸਾਹਿਬ ਦਾ ਪਵਿੱਤਰ ਨਾਮ ਦਿੱਤਾ। ਉਹ ਉੱਤਮ ਨਾਮ ਦਿੱਤਾ ਜੋ ਆਪਾਂ ਗੁਰਬਾਣੀ 'ਚ ਵੀ ਪੜ੍ਹਦੇ ਹਾਂ ਕਿ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਫਿਰ ਬਾਬਾ ਆਇਆ ਕਰਤਾਰਪੁਰ ਦੇਖ ਉਦਾਸੀ ਸਗਲ ਸੰਸਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਉਤਾਰ। ਤਾਂ ਕਰਤਾਰਪੁਰ ਸਾਹਿਬ ਪਹਿਚਾਣ ਦੇਣ ਤੋਂ ਬਾਅਦ ਕਰਤਾਰਪੁਰ ਸਾਹਿਬ ਨਗਰ ਪਛਾਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇਸੇ ਹੀ ਪਵਿੱਤਰ ਧਰਤੀ ਤੇ ਆਪਣੀਆਂ ਸੰਗਤਾਂ ਨੂੰ 3 ਸਾਂਝੇ ਉਪਦੇਸ਼ ਦਿੱਤੇ। ਸਭ ਤੋਂ ਪਹਿਲੇ ਨਾਮ ਜਪੋ, ਫਿਰ ਕਿਰਤ ਕਰੋ ਤੇ ਜਿਹੜੀ ਕਿਰਤ ਕੀਤੀ ਉਸ ਨੂੰ ਵੰਡ ਛਕੋ। ਇਸ ਪਵਿੱਤਰ ਸਥਾਨ ਤੇ ਬਖਸ਼ੇ ਔਰ ਤਿੰਨੇ ਹੀ ਉਪਦੇਸ਼ ਫਿਰ ਮੇਰੇ ਗਰੀਬ ਨਵਾਜ ਪਿਤਾ ਨੇ ਪ੍ਰੈਕਟੀਕਲੀ ਸੰਗਤਾਂ ਨੂੰ ਇੱਥੇ ਕਰਕੇ ਦਿਖਾਏ। ਬੇਅੰਤ ਬਾਣੀਆਂ ਇਸ ਪਵਿੱਤਰ ਸਥਾਨ ਤੇ ਰਹਿ ਕੇ ਉਹਨਾਂ ਨੇ ਉਚਾਰਨ ਕੀਤੀਆਂ, ਗਾਇਨ ਕੀਤੀਆਂ। ਇਸ ਗੁਰੂ ਘਰ ਦੇ ਆਸੇ-ਪਾਸੇ ਖੇਤਾਂ ਦੇ ਵਿੱਚ ਮੇਰੇ ਗਰੀਬ ਨਵਾਜ ਪਿਤਾ ਨੇ ਖੁਦ 18 ਸਾਲ ਖੇਤੀਬਾੜੀ ਕੀਤੀ, ਹਲ ਵਾਏ, ਫਸਲਾਂ ਉਗਾਈਆਂ, ਆਪਣੇ ਹੱਥੀਂ ਸੰਗਤਾਂ ਨੂੰ ਲੰਗਰ ਛਕਾਏ। 1532 ਦੇ ਵਿੱਚ ਦੂਸਰੀ ਪਾਤਸ਼ਾਹੀ ਭਾਈ ਲਹਿਣਾ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਪਹਿਲੀ ਦਫਾ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਇਸੇ ਹੀ ਪਵਿੱਤਰ ਧਰਤੀ ਤੇ ਪਹੁੰਚੇ। 1532 ਤੋਂ 1539 7 ਸਾਲ ਭਾਈ ਲਹਿਣਾ ਜੀ ਨੇ ਇਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਤੋਂ 7 ਸਾਲ ਇਸ ਪਵਿੱਤਰ ਧਰਤੀ ਤੇ ਇਮਤਿਹਾਨ ਲਏ। ਕਦੀ ਉਹਨਾਂ ਨੂੰ ਮੁਰਦਾ ਖਾਣ ਤੋਂ ਮਿਲਦਾ ਸੀ, ਕਦੀ ਪੋਹ ਦੀਆਂ ਰਾਤਾਂ ਦੇ ਵਿੱਚ ਇਸ ਦਰਿਆ ਰਾਵੀ ਦੇ ਕੰਢੇ ਦੀਵਾਰਾਂ ਬਣਾਉਣ ਦਾ ਹੁਕਮ ਮਿਲਦਾ ਸੀ, ਕਦੀ ਗੰਨ ਦੇ ਵਿੱਚੋਂ ਕਟੋਰਾ ਕੱਢਣ ਦਾ ਹੁਕਮ ਮਿਲਦਾ ਸੀ ਤੇ ਕਦੀ ਦਰਖਤ ਲਾ ਕੇ ਲੰਗਰ ਪ੍ਰਸ਼ਾਦੇ ਖਾਣ ਦਾ ਹੁਕਮ ਮਿਲਦਾ ਸੀ। ਉਹ ਸਾਰੀਆਂ ਸਾਖੀਆਂ ਇਸ ਕਰਤਾਰਪੁਰ ਸਾਹਿਬ ਦੇ ਨਾਲ ਹਨ। 7 ਸਾਲ ਦੀ ਪ੍ਰੀਖਿਆ ਤੋਂ ਬਾਅਦ 7 ਸਾਲਾਂ ਦੇ ਇਮਤਿਹਾਨਾਂ ਤੋਂ ਬਾਅਦ ਜਦ ਭਾਈ ਲਹਿਣਾ ਜੀ ਗੁਰੂ ਸਾਹਿਬ ਦੇ ਹਰ ਹੁਕਮ ਪੂਰੇ ਉਤਰੇ, ਹਰ ਹੁਕਮ ਦੀ ਪਾਲਣਾ ਕੀਤੀ, ਹਰ ਹੁਕਮ ਨੂੰ ਸੱਚ ਕਰਕੇ ਮੰਨਿਆ ਤਾਂ ਮੇਰੇ ਗਰੀਬ ਨਵਾਜ ਪਿਤਾ ਨੇ ਆਪਣੀ ਗੁਰਗੱਦੀ ਗੁਰਸਿੱਖੀ ਦੀ ਜੋਤ 18 ਸਤੰਬਰ 1539 ਇਸੇ ਹੀ ਪਵਿੱਤਰ ਧਰਤੀ ਤੇ ਭਾਈ ਲਹਿਣਾ ਜੀ ਨੂੰ ਦੇ ਬਖਸ਼ ਕੇ ਭਾਈ ਲਹਿਣੇ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਧਰਤੀ ਤੇ ਪੜਾਇਆ ਤੇ ਵਾਪਸ ਖਡੂਰ ਸਾਹਿਬ ਚਲੇ ਜਾਣ ਦਾ ਹੁਕਮ ਦਿੱਤਾ। 22 ਸਤੰਬਰ 1539 ਇਸੇ ਹੀ ਪਵਿੱਤਰ ਧਰਤੀ ਤੇ ਮੇਰੇ ਗਰੀਬ ਨਵਾਜ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋ ਸਮਾਏ। ਉਹਨਾਂ ਦੇ ਜੋਤੀ ਜੋ ਸਮਾਨ ਦੇ ਸਮੇਂ ਇਸ ਧਰਤੀ ਤੇ ਮੁਸਲਿਮ ਵੀਰਾਂ ਦਾ ਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦਾ ਝਗੜਾ ਸ਼ੁਰੂ ਹੋ ਗਿਆ। ਮੁਸਲਿਮ ਵੀਰ ਕਹਿਣ ਲੱਗੇ ਕਿ ਗੁਰੂ ਸਾਹਿਬ ਤਾਂ ਸਾਡੇ ਪੀਰ ਸਨ, ਸਾਡੇ ਵਲੀ ਸਨ, ਅਸੀਂ ਇਹਨਾਂ ਨੂੰ ਆਪਣੀ ਰੀਤੀ ਅਨੁਸਾਰ ਦਫਨਾਵਾਂਗੇ। ਸੰਗਤਾਂ ਦਾ ਕਹਿਣਾ ਸੀ ਗੁਰੂ ਸਾਹਿਬ ਸਾਡੇ ਗੁਰੂ ਹਨ, ਸਾਡੇ ਧਰਮ ਦੇ ਬਾਨੀ ਹਨ, ਅਸੀਂ ਸੰਸਕਾਰ ਕਰਾਂਗੇ। ਤਾਂ ਭਾਈ ਸਾਹਿਬ ਜੀ ਇਸੇ ਹੀ ਗੱਲ ਤੋਂ ਝਗੜਾ ਚੱਲ ਰਿਹਾ ਸੀ ਤੇ ਜਦ ਗੁਰੂ ਸਾਹਿਬ ਨੂੰ ਦੇਖਣ ਵਾਸਤੇ ਫੈਸਲਾ ਲੈਣ ਵਾਸਤੇ ਚਾਦਰ ਉਠਾਈ ਤਾਂ ਗੁਰੂ ਸਾਹਿਬ ਜੀ ਨਹੀਂ ਸਨ, ਫੁੱਲ ਪਏ ਹੋਏ ਸਨ। ਲੜਨ ਵਾਲੀਆਂ ਸੰਗਤਾਂ ਹੈਰਾਨ ਹੋ ਗਈਆਂ ਤਾਂ ਫਿਰ ਉਸ ਚਾਦਰ ਤੇ ਫੁੱਲਾਂ ਦੀ ਵੰਡ ਪਾਈ ਗਈ। ਜੋ ਮੁਸਲਿਮ ਵੀਰਾਂ ਨੂੰ ਮਿਲੇ ਉਹਨਾਂ ਨੇ ਆਪਣੀ ਰੀਤੀ ਅਨੁਸਾਰ ਦਫਨਾ ਕੇ ਗੁਰੂ ਸਾਹਿਬ ਜੀ ਦੀ ਮਜ਼ਾਰ ਬਣਾ ਦਿੱਤੀ। ਜੋ ਸੰਗਤਾਂ ਨੂੰ ਮਿਲੇ ਉਹਨਾਂ ਨੇ ਸੰਸਕਾਰ ਕਰਕੇ ਸਮਾਧ ਬਣਾ ਦਿੱਤੀ, ਅੰਗੀਠਾ ਸਾਹਿਬ ਬਣਾ ਦਿੱਤਾ। ਸੋ ਅੱਜ ਆਪ ਜੀ ਬੜੇ ਭਾਗੀ ਹੋ। ਬਾਕੀ ਸੰਗਤਾਂ ਵੀ ਜੋ ਦਰਸ਼ਨਾਂ ਵਾਸਤੇ ਆਈਆਂ ਹਨ, ਇਸ ਗੁਰੂ ਘਰ ਦੀ ਬਿਲਡਿੰਗ ਦੇ ਬਿਲਕੁਲ ਬਾਹਰ ਵਾਲੇ ਪਾਸੇ ਗੁਰੂ ਸਾਹਿਬ ਜੀ ਦੀ ਮਜ਼ਾਰ ਹੈ, ਦਰਗਾਹ ਹੈ, ਜਿੱਥੇ ਕਿ ਮੁਸਲਮਾਨ ਵੀਰਾਂ ਨੇ ਚਾਦਰ ਦਫਨਾਈ ਹੋਈ ਹੈ ਔਰ ਅੰਦਰ ਵਾਲੇ ਪਾਸੇ ਮਹਾਰਾਜ ਦੀ ਸਮਾਧ ਹੈ, ਅੰਗੀਠਾ ਸਾਹਿਬ ਹੈ, ਜਿੱਥੇ ਮਹਾਰਾਜ ਦੀ ਚਾਦਰ ਸੰਸਕਾਰ ਕੀਤੀ ਗਈ। ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ 5 ਅਸਥਾਨ ਮੌਜੂਦ ਹਨ, ਜਿਨ੍ਹਾਂ ਦੇ ਵਿੱਚ ਚੋਲਾ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੇ ਬਿਰਾਜਣ ਦੀ ਥਾਂ, ਟਾਹਲੀਆਂ, ਡੇਰਾ ਸਾਹਿਬ ਜਿੱਥੇ ਸਮਾਧ ਮੌਜੂਦ ਹੈ, ਧਰਮਸ਼ਾਲਾ ਜਿੱਥੇ ਗੁਰੂ ਨਾਨਕ ਸਾਹਿਬ ਪਹਿਲਾਂ ਬਿਰਾਜੇ ਤੇ ਬਾਅਦ ਵਿੱਚ ਧਰਮ ਪ੍ਰਚਾਰ ਕੀਤਾ। 1947 ਦੀ ਵੰਡ ਤੋਂ ਬਾਅਦ ਇਸ ਅਸਥਾਨ ਦੇ ਖੁੱਲੇ ਦਰਸ਼ਨ ਦੀਦਾਰੇ ਸੁਭਾਵਿਕ ਨਹੀਂ ਸਨ ਤੇ ਲੰਮਾ ਸਮਾਂ ਇਹ ਪਾਵਨ ਅਸਥਾਨ ਸੇਵਾ ਸੰਭਾਲ ਤੋਂ ਵਾਂਝਾ ਰਿਹਾ। ਪਰ ਸੰਗਤਾਂ ਦੀਆਂ ਅਰਦਾਸਾਂ ਰੰਗ ਲੈ ਕੇ ਆਈਆਂ ਤੇ ਨਵੰਬਰ 2019 ਚ ਇਸ ਪਾਵਨ ਅਸਥਾਨ ਦੇ ਲਈ ਲਾਂਘੇ ਦੀ ਸ਼ੁਰੂਆਤ ਹੋਈ। 1947 ਤੱਕ ਜਿਵੇਂ ਅੱਜ ਰੌਣਕਾਂ ਲੱਗੀਆਂ ਹੋਈਆਂ ਹਨ ਤਾਂ ਦੁਬਾਰਾ ਜਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ, ਇਸੇ ਹੀ ਤਰ੍ਹਾਂ ਪਾਰਟੀਸ਼ਨ ਤੋਂ ਪਹਿਲੇ ਇਹ ਕਰਤਾਰਪੁਰ ਸਾਹਿਬ ਵਿੱਚ ਰੋਜ਼ਾਨਾ ਲੱਖਾਂ ਦੀ ਤਾਦਾਦ ਸੰਗਤ ਹੁੰਦੀ ਸੀ। ਗੁਰੂ ਦਾ ਟੁੱਟ ਲੰਗਰ ਚੱਲਦਾ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹੁੰਦੇ ਸਨ। ਪਰ ਜਦ 47 ਦੇ ਵਿੱਚ ਦੋਨਾਂ ਮੁਲਕਾਂ ਦੀ ਵੰਡ ਪਈ ਤਾਂ ਬਾਰਡਰ ਕਰਕੇ 53 ਸਾਲ ਸਨ 47 ਤੋਂ ਲੈ ਕੇ 2000 ਤੱਕ ਗੁਰੂ ਘਰ ਬਿਲਕੁਲ ਬੰਦ ਹੋ ਗਿਆ। ਵੀਰਾਨ ਜੰਗਲ ਬਿਆਬਾਨ ਬਣ ਗਿਆ, ਵਿਹਲਾ ਬਣ ਗਿਆ। ਤਾਂ ਫਿਰ 2000 ਦੇ ਵਿੱਚ ਗਵਰਨਮੈਂਟ ਆਫ ਪਾਕਿਸਤਾਨ ਨੇ
ਸਿੱਖ ਕੌਮ ਤੇ ਬਖਸ਼ਿਸ਼ ਕੀਤੀ ਤਾਂ ਸੰਨ 2000 'ਚ ਇਸ ਗੁਰੂ ਘਰ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ। ਇੱਥੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ, ਇੱਥੇ ਸੰਗਤਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ। ਤਾਂ ਫਿਰ ਸੰਨ 2000 ਦੇ ਵਿੱਚ ਜਦੋਂ ਇਹ ਗੁਰੂ ਘਰ ਦੀ ਦੁਬਾਰਾ ਰੀਓਪਨਿੰਗ ਹੋਈ, ਮਹਿਕਮਾ ਔਕਾਫ ਨੇ ਇੱਥੇ ਸੇਵਾ ਸ਼ੁਰੂ ਕਰਾਈ। ਤਾਂ ਸਭ ਤੋਂ ਪਹਿਲੇ ਜੋ ਗੁਰੂ ਸਾਹਿਬ ਜੀ ਦੇ ਸਿੱਖ ਸਨ, ਗੁਰੂ ਦੇ ਬੇਟੇ ਸਨ, ਗੁਰੂ ਦੇ ਸੇਵਕ ਸਨ, ਭਾਈ ਜੰਗ ਬਹਾਦਰ ਸਿੰਘ ਜੀ, ਭਾਈ JP ਸਿੰਘ ਜੀ ਦੇ ਨਾਮ ਤੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ, ਜੋ ਕਿ ਅਮਰੀਕਾ ਦੇ ਵਿੱਚ ਸੈਟਲ ਹਨ। ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਦਰ ਦੀ ਸੇਵਾ ਦਿੱਤੀ। ਤਾਂ ਉਹਨਾਂ ਨੇ ਇੱਥੇ ਆ ਕੇ ਖੁਦ ਰਹਿ ਕੇ ਇਸ ਗੁਰੂ ਘਰ ਦੀ ਬਿਲਡਿੰਗ ਦੀ ਦੁਬਾਰਾ ਰੈਨੋਵੇਸ਼ਨ ਕਰਾਈ, ਸੇਵਾ ਸ਼ੁਰੂ ਕਰਾਈ। ਔਰ ਸੰਨ 2000 ਦੇ ਵਿੱਚ ਫਿਰ ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਲਿਆ ਕੇ ਉਹਨਾਂ ਦਾ ਪ੍ਰਕਾਸ਼ ਕੀਤਾ ਗਿਆ ਤੇ ਸੇਵਾ ਸ਼ੁਰੂ ਹੋਈ ਤੇ ਪਾਠ ਸਾਹਿਬ ਸ਼ੁਰੂ ਹੋ ਗਿਆ, ਸੰਗਤਾਂ ਦਰਸ਼ਨ ਕਰਨ ਲੱਗ ਪਈਆਂ। ਤਾਂ ਫਿਰ ਉਸ ਸਮੇਂ ਤੋਂ ਲੈ ਕੇ ਵਕਤਨ ਫਕਤਨ ਜਦੋਂ ਵੀ ਇੱਥੇ 18 ਸਾਲ ਸੰਨ 2018 ਤੱਕ ਭਾਈ JP ਸਿੰਘ ਜੀ ਦੇ ਨਾਲ ਜਿਹੜੇ ਗੁਰੂ ਦੇ ਸੇਵਕ ਹਨ, ਇੰਗਲੈਂਡ ਨਿਵਾਸੀ ਹਨ, ਮਾਤਾ ਪਿਤਾ ਧਾਰੀਵਾਲ ਜੀ, ਬਾਬਾ ਹਰਭਜਨ ਸਿੰਘ ਮਾਨੰਗ ਜੀ, ਅਵਤਾਰ ਸਿੰਘ ਸੰਗੇੜਾ ਜੀ, ਔਰ ਫਿਰ ਉਹਨਾਂ ਦੇ ਨਾਲ ਜਿਹੜੇ ਮੇਨ ਮੁਖੀ ਸੇਵਕ ਹਨ ਭਾਈ ਰਣਜੀਤ ਸਿੰਘ ਮਸੂਤਾ ਜੀ, ਜੋ ਕਿ ਸਵਿਟਜ਼ਰਲੈਂਡ ਤੋਂ ਬਿਲੋਂਗ ਕਰਦੇ ਹਨ। ਉਹਨਾਂ ਦੀ ਵੀ ਇਸ ਬਿਲਡਿੰਗ, ਇਸ ਗੁਰੂ ਘਰ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ। ਤਾਂ ਉਹਨਾਂ ਦੀਆਂ ਸੇਵਾਵਾਂ ਦੇ ਨਾਲ ਫਿਰ ਇਹ ਗੁਰੂ ਘਰ ਚੱਲਦਾ ਰਿਹਾ। ਉਸ ਟਾਈਮ ਇਹ ਗੁਰੂ ਘਰ ਤਕਰੀਬਨ 23 ਕਨਾਲ 2 ਮਰਲੇ ਦੇ ਵਿੱਚ ਮੁਹੀਤ ਹੁੰਦਾ ਸੀ, ਜਿਹੜਾ ਕਿ ਤਕਰੀਬਨ 3.5-4 ਏਕੜ ਕਵਰਡ ਏਰੀਆ ਹੁੰਦਾ ਸੀ, 1700 ਫੁੱਟ। ਲੇਕਿਨ ਫਿਰ ਜਦ 2018 ਦੇ ਵਿੱਚ ਸਿੱਖ ਕੌਮ ਦੀਆਂ ਅਰਦਾਸਾਂ ਪ੍ਰਵਾਨ ਹੋਈਆਂ, ਜੋ ਲੰਬੇ ਸਮੇਂ ਤੋਂ ਆਪਾਂ ਅਰਦਾਸਾਂ ਕਰਦੇ ਆਏ ਸਾਂ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਤਾਂ ਗੌਰਮੈਂਟ ਆਫ ਪਾਕਿਸਤਾਨ ਨੇ ਸਾਡੇ ਪਾਕਿਸਤਾਨ ਦੇ ਮੁਖੀ ਸਿੱਖਾਂ ਦੇ ਹੀਰੋ ਹਨ ਜਨਰਲ ਕਮਰ ਜਵੇਦ ਬਾਜਵਾ ਸਾਹਿਬ, ਸਾਡੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਜੋ ਸਿੱਖ ਕੌਮ ਦੇ ਨਾਲ 2018 'ਚ ਵਾਅਦਾ ਕੀਤਾ ਸੀ ਕਿ 2019 'ਚ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਗੁਰਪੁਰਬ ਹੋਏਗਾ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਗੌਰਮੈਂਟ ਆਫ ਪਾਕਿਸਤਾਨ ਵੱਲੋਂ ਸਿੱਖ ਕੌਮ ਨੂੰ ਗਿਫਟ ਕੀਤਾ ਜਾਏਗਾ। ਤਾਂ ਫਿਰ ਜਿਹੜੀ 2018 ਦੇ ਵਿੱਚ ਇੱਥੇ ਸੇਵਾ ਸ਼ੁਰੂ ਹੋਈ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ। ਇੱਥੋਂ ਦੇ ਜਿਹੜੇ CEO ਜਿਹਨਾਂ ਦੇ ਰੱਖ ਰਖਿਆਵ ਹੇਠ, ਭਾਵੇਂ ਉਹ ਆਰਮੀ ਹੈ, ਭਾਵੇਂ ਉਹ ਐਂਟਰੈਂਸ ਹੈ, ਜਿੰਨੇ ਵੀ ਇੱਥੋਂ ਦੇ ਜਿਹੜੇ ਕਾਰਜ ਨੇ ਉਹ ਹੋ ਰਹੇ ਨੇ। ਮੁਹੰਮਦ ਲਤੀਫ ਸਾਹਿਬ ਸਾਡੇ ਨਾਲ ਨੇ। 2019 ਤੋਂ ਜਦੋਂ ਕੋਰੀਡੋਰ ਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ, ਉਹ ਸਾਰਾ ਤੁਸੀਂ ਆਪਣੀ ਅੱਖੀਂ ਵੇਖਿਆ ਵੀ ਹੋਵੇਗਾ ਤੇ ਹੁਣ ਵੀ ਤੁਸੀਂ ਜਿਹੜਾ ਰੋਜ਼ਾਨਾ ਵਿਚਰਦੇ ਹੋ, ਜਿਹੜੇ ਆਵਾਮ ਆਉਂਦੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹੋ, ਕਿੰਨਾ ਕੁ ਇਹ ਇੱਕ ਕਹਿ ਲਈਏ ਕਿ ਟਾਰਗੇਟ, ਕਿਹੋ ਜਿਹਾ ਟਾਰਗੇਟ ਸੀ ਇੰਨੀ ਛੇਤੀ ਜਿਹੜਾ 1 ਸਾਲ ਦੇ ਵਿੱਚ ਇਹਨੂੰ ਕੰਪਲੀਟ ਕਰਨਾ, ਤੇ ਤੁਸੀਂ ਆਪਣੀ ਬੜੀ ਬਹੁਤ ਨਜ਼ਦੀਕ ਤੋਂ ਇਸ ਨੂੰ ਸਭ ਕੁਝ ਨੂੰ ਦੇਖਿਆ ਹੈ। ਅਸੀਂ ਇੱਥੇ ਜਿਹੜਾ ਗਵਰਨਮੈਂਟ ਨੇ ਬੰਦੋਬਸਤ ਕੀਤੇ ਆ ਉਹ 5000 ਲੋਕਾਂ ਦਾ ਰੋਜ਼ਾਨਾ ਇੰਡੀਆ ਦੀ ਤਰਫੋਂ ਆਉਣ ਦਾ ਕੀਤੇ ਹੈ। ਲੇਕਿਨ ਅਸੀਂ ਵੇਖ ਰਹੇ ਹਾਂ ਕਿ ਜਦੋਂ ਦਾ ਇਲਾਕਾ ਖੁੱਲ੍ਹਿਆ ਤਕਰੀਬਨ ਐਵਰੇਜ 200 ਲੋਕ ਆ ਰਹੇ ਨੇ। ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਵੱਧ ਤੋਂ ਵੱਧ ਆਉਣ ਤੇ ਇੰਡੀਆ ਵਾਲੀ ਸਾਈਡ ਤੋਂ ਇੱਧਰੋਂ ਵੀ, ਤੇ ਤਾਂ ਕਿ ਮੇਲ ਮਿਲਾਪ ਬੜੇ ਦੋਨਾਂ ਮੁਲਕਾਂ ਦਾ, ਦੋਨਾਂ ਦੀ ਆਵਾਮ ਦਾ। ਤੇ ਮੇਰੀ ਨਜ਼ਰ ਵਿੱਚ ਇਹ ਕਾਨਫੀਡੈਂਸ ਬਿਲਡਿੰਗ ਦਾ ਇੱਕ ਬਹੁਤ ਬੜਾ ਜ਼ਰੀਆ ਹੈ ਤੇ ਇਸ ਨੂੰ ਖੁੱਲ੍ਹਾ ਲੈਣਾ ਚਾਹੀਦਾ। ਤੇ ਅਸੀਂ ਇਹ ਦਰਖਾਸਤ ਕਰਨੀ ਹੈ ਇੰਡੀਅਨ ਗੌਰਮੈਂਟ ਤੋਂ ਕਿ ਜਿਤਨੇ ਜ਼ਿਆਦਾ ਤੋਂ ਜ਼ਿਆਦਾ ਲੋਕ ਸੰਗਤਾਂ ਆਉਣੀ ਚਾਹੀਦੀਆਂ। ਸਾਡੀ ਤਰਫੋਂ ਕੋਈ ਪ੍ਰੋਬਲਮ ਨਹੀਂ ਹੈ। ਇੰਤਜ਼ਾਮਾਤ ਕਮ ਅਜ਼ ਕਮ 5000 ਲੋਕਾਂ ਦੀ ਅਸੀਂ ਰੋਜ਼ਾਨਾ ਕਰਕੇ ਰੱਖਦੇ ਹਾਂ। ਸਾਡੀ ਰਿਸੈਪਸ਼ਨ, ਐਡਮਿਨਿਸਟ੍ਰੇਸ਼ਨ ਹਰ ਵਕਤ ਇਸ ਕੰਮ ਵਾਸਤੇ ਤਿਆਰ ਹੈ। ਸੋ ਇਹ ਸਨ CEO ਜੋ ਪ੍ਰੋਪਰ ਕੋਰੀਡੋਰ ਉਸ 'ਤੇ ਹੀ ਰੱਖ ਰਖਾਵ ਕਰ ਰਹੇ ਨੇ, ਜਿਨ੍ਹਾਂ ਦੇ ਸਾਫ਼ ਸ਼ਬਦਾਂ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਜਦੋਂ MOU ਸਾਈਨ ਹੋਇਆ ਸੀ ਤਾਂ ਕਿਤੇ ਨਾ ਕਿਤੇ ਇਹ ਗੱਲ ਦੋਵਾਂ ਸਰਕਾਰਾਂ ਨੇ ਆਪਸ ਦੇ ਵਿੱਚ ਰੱਖੀ ਸੀ ਕਿ 5000 ਦੇ ਕਰੀਬ ਯਾਤਰੂ ਜਿਹੜੇ ਨੇ ਇਸ ਕਰਤਾਰਪੁਰ ਲਾਂਘੇ ਦੇ ਰਾਹੀਂ ਇਸ ਮਹਾਨ ਮੁਕੱਦਸ ਅਸਥਾਨ ਤੇ ਆ ਕੇ ਦਰਸ਼ਨ ਦੀਦਾਰੇ ਕਰ ਸਕਦੇ ਨੇ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ, ਕਿਉਂਕਿ ਉਹਨਾਂ ਨੇ ਇਹ ਵੀ ਜਿਹੜਾ ਜ਼ਿਕਰ ਕੀਤਾ ਹੈ ਕਿ 5 ਤੋਂ 6 ਕਰੋੜ ਰੁਪਇਆ ਇੱਥੋਂ ਦੀ ਸਰਕਾਰ ਦਾ ਵੀ ਕਿਤੇ ਨਾ ਕਿਤੇ ਇਸ ਤੇ ਰੱਖ ਰਖਾਵ ਤੇ ਜਿਹੜਾ ਖਰਚਾ ਆਉਂਦਾ ਹੈ, ਪਰ ਸੰਗਤ ਦੀ ਆਮਦ ਦੀ ਗੱਲ ਕੀਤੀ ਜਾਵੇ ਤਾਂ ਸੰਗਤ ਦੀ ਆਮਦ ਮਹਿਜ਼ 200 ਤੋਂ ਕਿਤੇ ਨਾ ਕਿਤੇ ਜ਼ਿਆਦਾ ਉਹ ਨਹੀਂ ਵੱਧ ਰਹੀ। ਤੇ ਉਹਨਾਂ ਨੇ ਭਾਰਤ ਵਾਲੇ ਪਾਸੇ ਵੀ ਇਹ ਅਪੀਲ ਕੀਤੀ ਹੈ ਕਿ ਸੰਗਤਾਂ ਵੱਧ ਚੜ੍ਹ ਕੇ, ਕਿਉਂਕਿ ਜੇਕਰ ਸਦੀਆਂ ਦੀ ਅਰਦਾਸ ਜਿਹੜੀ ਹੈ ਉਹ ਪੂਰੀ ਹੋਈ ਹੈ ਤਾਂ ਉਸ ਨੂੰ ਬੂਰ ਚੜਾਉਂਦੇ ਹੋਏ ਸੰਗਤਾਂ ਵੀ ਇਸ ਮੁਕੱਦਸ ਅਸਥਾਨ ਤੇ ਦਰਸ਼ਨ ਦੀਦਾਰੇ ਕਰਨ ਦੇ ਲਈ ਜ਼ਰੂਰ ਪਹੁੰਚਣ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਪਿਰ ਗਰਭਾਸ ਨਾ ਪਰਿਆ ਰੇ। ਕਰਤਾਰਪੁਰ ਸਾਹਿਬ ਕੋਰੀਡੋਰ ਬਣਨ ਤੋਂ ਬਾਅਦ ਬੇਸ਼ੱਕ ਇਸ ਮਹਾਨ ਇਤਿਹਾਸਕ ਅਸਥਾਨ ਦੀ ਇੱਕ ਨਵੀਂ ਦਿੱਖ ਸੰਗਤ ਨੂੰ ਵੇਖਣ ਨੂੰ ਮਿਲਦੀ ਹੈ, ਪਰ ਜੇਕਰ 19ਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ 1920 ਤੋਂ ਲੈ ਕੇ 1929 ਤੱਕ ਇਸ ਮਹਾਨ ਇਤਿਹਾਸਕ ਅਸਥਾਨ ਦੀ ਸੇਵਾ ਮਹਾਰਾਜਾ ਪਟਿਆਲਾ ਵੱਲੋਂ ਕਰਵਾਈ ਗਈ ਸੀ, ਜਿਸ ਤੇ ਉਸ ਸਮੇਂ ਦੇ ਕਰੀਬ 1,35,000 ਰੁਪਇਆ ਖਰਚ ਆਇਆ ਸੀ। ਗੁਰੂ ਨਾਨਕ
ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਭਾਰਤ ਦੀ ਸਰਹੱਦ ਤੋਂ 4 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ 'ਚ ਸਥਿਤ ਇਹ ਪਾਵਨ ਅਸਥਾਨ 2002 ਤੋਂ ਸੁਰਖੀਆਂ 'ਚ ਰਿਹਾ। ਕੇਵਲ ਸਿੱਖ ਹੀ ਨਹੀਂ, ਮੁਸਲਮਾਨਾਂ ਦੀ ਵੀ ਇਸ ਅਸਥਾਨ ਦੇ ਪ੍ਰਤੀ ਵਿਸ਼ੇਸ਼ ਸ਼ਰਧਾ ਤੇ ਮਾਨਤਾ ਹੈ। ਰਾਵੀ ਨਦੀ ਦੇ ਪੱਛਮ ਵਾਲੇ ਪਾਸੇ ਸਥਿਤ ਇਸ ਪਾਵਨ ਅਸਥਾਨ ਦੀ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ 'ਚ ਆਏ ਹੜ੍ਹ ਕਾਰਨ ਕਾਫੀ ਨੁਕਸਾਨ ਪਹੁੰਚਿਆ। ਸਨ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ, ਜਿਸ ਤੇ ਉਸ ਵੇਲੇ ਦਾ ਕਰੀਬ 1,35,600 ਰੁਪਏ ਦਾ ਖਰਚ ਆਇਆ। ਜਿਹੜੀ ਬਿਲਡਿੰਗ ਪੁਰਾਤਨ ਬਿਲਡਿੰਗ ਜਿੱਥੇ ਆਪਾਂ ਇਸ ਟਾਈਮ ਖੜੇ ਹਾਂ, ਇਹ ਬਿਲਡਿੰਗ ਦੀ ਰੀਕਨਸਟਰਕਸ਼ਨ ਹੋਈ ਸੀ 1920 ਦੇ ਵਿੱਚ। 1920 ਤੋਂ ਲੈ ਕੇ 1929 ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ, ਜਿਹੜੀ ਕਿ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਮਹਿੰਦਰ ਬਹਾਦਰ ਨੇ ਬਣਾਈ। ਫਿਰ ਕੀ ਹੋਇਆ, ਜਦੋਂ 2000 ਦੁਬਾਰਾ ਗੁਰੂ ਘਰ ਦੁਬਾਰਾ ਖੁੱਲਿਆ, ਇਸ ਬਿਲਡਿੰਗ ਨੂੰ ਦੁਬਾਰਾ ਉਸ ਹਾਲਤ ਦੁਬਾਰਾ ਬਹਾਲ ਕੀਤਾ ਗਿਆ, ਇਹਦੀ ਦੇਖਭਾਲ ਕੀਤੀ ਗਈ, ਇਹਨੂੰ ਸੋਹਣਾ ਸੁੰਦਰ ਬਣਾਇਆ ਗਿਆ। ਫਿਰ 2019 ਦੇ ਵਿੱਚ 18 ਦੇ ਵਿੱਚ ਕਰਤਾਰਪੁਰ ਕੋਰੀਡੋਰ ਖੁੱਲਾ, ਕਰਤਾਰਪੁਰ ਕੋਰੀਡੋਰ ਦੀ ਸੇਵਾ ਸ਼ੁਰੂ ਹੋਈ ਤੇ ਇੰਡੀਆ ਵਾਲੇ ਪਾਸੇ ਬਾਕੀ ਲੋਕ ਜਿਹੜੇ ਸਨ ਉਹ ਬੜਾ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਰਹੇ ਜੀ। ਦੇਖੋ ਜੀ, ਪਾਕਿਸਤਾਨ ਨੇ ਪੁਰਾਣੀ ਬਿਲਡਿੰਗਾਂ ਹਟਾ ਦਿੱਤੀਆਂ ਔਰ ਸਟਰਕਚਰ ਚੇਂਜ ਕਰ ਦਿੱਤਾ, ਇਹ ਕਰਤਾ। ਲੇਕਿਨ ਗਵਰਨਮੈਂਟ ਪਾਕਿਸਤਾਨ ਨੂੰ ਮੈਂ ਐਪਰੀਸ਼ੀਏਟ ਕਰਦਾ ਹਾਂ, ਬਲਕਿ ਜਿਹੜੀ ਵੀ ਸੰਗਤਾਂ ਆ ਰਹੀਆਂ ਹਨ ਉਹ ਦਰਸ਼ਨ ਕਰਕੇ ਐਪਰੀਸ਼ੀਏਟ ਕਰਦੀਆਂ ਹਨ, ਖੁਸ਼ ਹੁੰਦੀਆਂ ਹਨ ਕਿ ਜੋ ਪੁਰਾਤਨ ਚੀਜ਼ਾਂ ਹਨ, ਉਹ ਭਾਵੇਂ ਗੁਰੂ ਸਾਹਿਬ ਦੇ ਖੂਹ ਸਾਹਿਬ ਹਨ, ਉਹ ਬੌਲੀ ਸਾਹਿਬ ਹਨ, ਗੁਰੂ ਸਾਹਿਬ ਦੀ ਮਜ਼ਾਰ ਸਾਹਿਬ ਹੈ, ਗੁਰੂ ਸਾਹਿਬ ਦੀ ਸਮਾਧੀ ਸਾਹਿਬ ਹੈ, ਜਾਂ ਪੁਰਾਤਨ ਬਿਲਡਿੰਗ ਹੈ ਜਿਹੜੀ 100 ਸਾਲ ਪੁਰਾਣੀ ਬਣੀ ਹੈ। ਇਸ ਬਿਲਡਿੰਗ ਨੂੰ ਪ੍ਰਜ਼ਰਵ ਕੀਤਾ ਗਿਆ ਹੈ, ਸੁੰਦਰ ਕੀਤਾ ਗਿਆ ਹੈ, ਰੈਨੋਵੇਟ ਕੀਤਾ ਗਿਆ ਹੈ, ਮੁਰੰਮਤ ਕੀਤਾ ਗਿਆ, ਲੇਕਿਨ ਇਹਦੀ ਕਿਸੇ ਵੀ ਆਰਚ ਨੂੰ, ਕਿਸੇ ਵੀ ਡਿਜ਼ਾਈਨਿੰਗ ਨੂੰ ਛੇੜਿਆ ਨਹੀਂ ਗਿਆ। ਜਿਸ ਸ਼ਕਲ ਜਿਹੜੀ ਬਿਲਡਿੰਗ ਹੈ ਉਸ ਨੂੰ ਦੁਬਾਰਾ ਉੱਥੇ ਬਹਾਲ ਕੀਤਾ ਗਿਆ ਜੀ। ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਤੋਂ ਬਾਅਦ ਰੋਜ਼ਾਨਾ 5000 ਦੇ ਕਰੀਬ ਸੰਗਤਾਂ ਦੇ ਦਰਸ਼ਨ ਕਰਨ ਦੀ ਆਸ ਸੀ, ਪਰ ਇਸ ਪ੍ਰਤੀ ਵੀ ਨਿਰਾਸ਼ਾ ਵੇਖਣ ਨੂੰ ਮਿਲੀ ਤੇ ਸੰਗਤਾਂ ਦਾ ਜਥਾ ਮਹਿਜ਼ 3 ਤੋਂ 400 ਤੱਕ ਹੀ ਸੀਮਤ ਹੈ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਜਿਨ ਸੁਣਿਆ